ਆ ਲੱਗਦਾ ਹੈ ਟਾਈਮ ਹੋ ਗਿਆ। ਇੱਥੇ ਡੈਨਮਾਰਕ ਵਿੱਚ 3 ਵੱਜ ਗਏ ਨੇ, ਭਾਰਤ ਵਿੱਚ 6:30 ਵੱਜ ਰਹੇ ਹਨ ਨੇ, ਪਾਕਿਸਤਾਨ 'ਚ 6 ਵੱਜ ਰਹੇ ਨੇ, ਅਮਰੀਕਾ 'ਚ ਹਾਲੀ ਸਵੇਰ ਦਾ ਦਿਨ ਚੜ੍ਹਨਾ ਸ਼ੁਰੂ ਹੋਇਆ ਹੈ। ਅੱਜ ਤੋਂ ਮਹੀਨਾ ਪਹਿਲੇ ਇਹੀ ਟਾਈਮ ਡੈਨਮਾਰਕ ਵਿੱਚ 2 ਵਜੇ ਹੋਣੇ ਸੀ। ਬੜੀ ਇੰਟਰਸਟਿੰਗ ਜੀ ਗੱਲ ਹੈ ਕਿ ਟਾਈਮ ਜਿਹੜਾ ਇੱਕ ਅਸੀਂ ਮੰਨ ਕੇ ਚੱਲਦੇ ਹਾਂ ਕਿ ਅਨੰਤ ਐਰੋ ਆਫ ਟਾਈਮ ਇਨਫਿਨਿਟ ਚੱਲ ਰਿਹਾ, ਉਹਨੂੰ ਅਸੀਂ ਮਨੁੱਖਾਂ ਨੇ ਆਪਣੀ ਸੁਵਿਧਾ ਦੇ ਲਈ ਉਹਦੇ ਹਿੱਸੇ ਕੀਤੇ ਨੇ ਕਿ ਕਿਹੜੇ ਦੇਸ਼ 'ਚ ਕਦੋਂ ਕਿਸ ਸਮੇਂ। ਉਹਦੇ ਕੁਝ ਪ੍ਰਿੰਸੀਪਲਸ ਤੇ ਹੈਗੇ ਨੇ, ਪਰ ਚਲੋ ਜੀ ਆਇਆਂ ਨੂੰ ਮੇਰੇ ਨਾਲ ਗੱਲਬਾਤ ਕਰਨ ਲਈ। ਅੱਜ 6ਵੀਂ ਵਾਰੀ। ਆਸ ਹੈ ਤੁਸੀਂ ਸਭ ਸੁੱਖ ਸਾਂਦ ਵਿੱਚ ਖੁਸ਼ ਪ੍ਰਸੰਨ ਹੋ, ਚੜ੍ਹਦੀ ਕਲਾ 'ਚੋਂ। ਅਤੇ ਕੱਲ੍ਹ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਕਿਉਂਕਿ ਬਾਇਓਲੋਜੀ ਦੀਆਂ ਗੱਲਾਂ ਥੋੜ੍ਹੀਆਂ ਜ਼ਿਆਦਾ ਵਧਣੀਆਂ ਸ਼ੁਰੂ ਹੋਈਆਂ ਸੀ। ਕੁਝ ਦੋਸਤਾਂ ਨੇ ਕਿਹਾ ਜੀ ਉਹ ਸ਼ਾਇਦ ਕੁਝ ਬਹੁਤਾ ਟੈਕਨੀਕਲ ਨਾ ਹੋ ਜਾਵੇ, ਅਤੇ ਉਹ ਹੋ ਤਾਂ ਸਕਦਾ ਟੈਕਨੀਕਲ। ਮੈਂ ਕੋਸ਼ਿਸ਼ ਤਾਂ ਕਰ ਰਿਹਾ ਕਿ ਘੱਟ ਤੋਂ ਘੱਟ ਜਿਹੜੇ ਨੇ ਸਾਇੰਟੀਫਿਕ ਵਰਡਸ ਜਾਂ ਜਾਰਗਨਸ ਵਰਤਾਂ, ਪਰ ਜੇ ਨਹੀਂ ਵੀ ਕਈ ਵਾਰ ਕੋਈ ਚੀਜ਼ਾਂ ਸਮਝ ਆਉਂਦੀਆਂ ਵੀ ਉਹ RNA ਕੀ ਹੁੰਦਾ ਵਾ ਅਤੇ ਮਾਈਟੋਕੌਂਡਰੀਆ ਕੀ ਹੁੰਦਾ, ਕੋਈ ਗੱਲ ਨਹੀਂ, ਤੁਸੀਂ ਉਹਨੂੰ ਮੰਨ ਲਓ ਕਿ ਵੀ ਮੈਂ ਇਸ ਸਮੇਂ ਜੀਵ ਵਿਗਿਆਨ ਦੀਆਂ ਕੁਝ ਗੱਲਾਂ ਕਰ ਰਿਹਾ। ਅਤੇ ਸਭ ਤੋਂ ਜ਼ਰੂਰੀ ਜਿਹੜੀਆਂ ਉਹੀ ਗੱਲਾਂ ਕਰਨੀਆਂ ਕਿ ਪਹਿਲੇ ਮੈਂ ਨਾ ਬਾਇਓਲੋਜੀ ਦਾ ਆਧਾਰ ਬਣਾ ਲੈਣਾ ਚਾਹੁੰਦਾ। ਮੈਨੂੰ ਪਤਾ ਹੈ ਕਿ ਏਜ ਅਤੇ ਏਜਿੰਗ ਦੇ ਵਿੱਚ ਜ਼ਿਆਦਾ ਦਿਲਚਸਪੀ ਜਿਹੜੀ ਹੈ ਸਾਨੂੰ ਆਪਣੇ ਬਾਰੇ, ਕਿ ਸਾਡੀ ਸਿਹਤ ਕੀ ਹੋਵੇ, ਕਿਹੋ ਜਿਹੀ ਹੋਵੇ, ਕਿੰਨੀ ਲੰਬੀ ਹੋਵੇ, ਕਿਵੇਂ ਹੋਵੇ, ਇਹਦੇ ਮਸਲੇ ਨੇ, ਉਹਦੇ 'ਤੇ ਹੀ ਪੁੱਜਣਾ ਹਾਂਜੀ। ਅਤੇ ਬਾਕੀ ਏਜਿੰਗ ਦੇ ਮਾਮਲੇ ਵਿੱਚ ਸਮਾਜਿਕ ਅਤੇ ਮਾਨਸਿਕ ਗੱਲਾਂ ਐਸੀਆਂ ਇੰਪੋਰਟੈਂਟ ਨੇ ਕਿ ਉਹਦੇ ਵਿੱਚ ਮੇਰਾ ਵੀ ਬੜਾ ਜੀਅ ਕਰਦਾ ਕਿ ਬੜੀ ਛੇਤੀ ਮੈਂ ਉਹਦੇ ਵਿੱਚ ਜਾਵਾਂ ਅਤੇ ਜਿੰਨੀ ਕੁ ਮੇਰੇ ਕੋਲ ਕੰਪੀਟੈਂਸ ਹੈਗੀ ਹੈ ਉਹੀ ਕਰਾਂ। ਜਿਹਦੇ ਲਈ ਹੋ ਸਕਦਾ ਕਿ ਕਿਸੇ ਲੈਵਲ 'ਤੇ ਕੋਈ ਪ੍ਰੋਫੈਸ਼ਨਲ ਸੋਸ਼ੀਓਲੋਜੀ ਵਾਲੇ ਜਾਂ ਸਾਈਕੋਲੋਜੀ ਵਾਲੇ ਮੇਰੇ ਨਾਲ ਜੁਆਇਨ ਇਨ ਕਰਨ। ਪਰ ਪਹਿਲੇ ਇੱਕ ਛੋਟਾ ਜਿਹਾ ਬਾਇਓਲੋਜੀ ਦਾ ਆਧਾਰ ਜਿਹੜਾ ਅੱਜ ਅਤੇ ਕੱਲ੍ਹ ਦੇ ਵਿੱਚ ਸ਼ਾਇਦ ਕਿਸੇ ਪੜਾਅ 'ਤੇ ਪੁੱਜ ਜਾਵਾਂਗੇ, ਉਹ ਜ਼ਰੂਰੀ ਹੈ ਤਾਂ ਕਿ ਸਮਝ ਲੈਣਾ। ਜਿਵੇਂ ਗੱਲਾਂ ਤਾਂ ਮੈਂ ਈਵਨ ਬਾਇਓਲੋਜੀ ਦੇ ਵਿੱਚ ਜਿਹੜੀ ਇਵੋਲੂਸ਼ਨ ਦੀ ਥਿਊਰੀ ਹੈ ਉਹ ਇੰਨੀ ਜ਼ਰੂਰੀ ਹੈ ਸਮਝਣੀ ਇਹ ਸਾਰੇ ਬਾਕੀ ਰਚਨਾ ਨੂੰ, ਪਰ ਉਹ ਫਿਰ ਬੜਾ ਟਾਈਮ ਮੰਗਦੀ ਹੈ। ਅਸੀਂ ਉਹਨੂੰ ਥੋੜ੍ਹੀ ਗੱਲ 'ਤੇ ਕਰ ਰਹੇ ਹਾਂ। ਕੱਲ੍ਹ ਜਿੱਥੇ ਗੱਲ ਪਹੁੰਚਾਈ ਸੀ ਉਹ ਇਹੀ ਕਿ ਸਾਡੇ ਕੋਲ ਇਵੋਲੂਸ਼ਨ ਨੇ ਆਪਣੇ ਨੂੰ ਜਿਉਂਦੇ ਰੱਖਣ ਦੇ ਬਥੇਰੇ ਸਾਂਭ ਸੰਭਾਲ ਦੇ ਤਰੀਕੇ ਬਣਾਏ ਨੇ ਹਾਂਜੀ, ਜਿਹਦੇ ਕਰਕੇ ਅਸੀਂ ਜਿਉਂਦੇ ਰਹਿੰਦੇ ਹਾਂ। ਜਦ ਕਿ ਬਾਹਰ ਜਿਉਂਦੇ ਰਹਿਣ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਉਹ ਕੋਈ ਐਡੀਆਂ ਸੁਖਾਲੀਆਂ ਨਹੀਂ। ਇਹ ਬੜੀ ਹੈਰਾਨੀ ਦੀ ਹੋਈ ਗੱਲ ਹੈ ਅਸਲ ਵਿੱਚ ਕਿ ਇੱਕ ਸੈੱਲ ਮਿਲ ਕੇ, ਇੱਕ ਸਪਰਮ ਅਤੇ ਇੱਕ ਐਗ ਮਿਲ ਕੇ ਇੱਕ ਪੂਰੇ ਬੱਚੇ ਨੂੰ 9 ਮਹੀਨੇ ਬਾਅਦ ਸਾਡੀ ਸਪੀਸੀਜ਼ ਦੇ ਵਿੱਚ ਜਨਮ ਦਿੰਦਾ। ਇੰਜ ਦੂਜੀਆਂ ਸਪੀਸੀਜ਼ 'ਚ ਵੱਖ-ਵੱਖ ਟਾਈਮ 'ਤੇ ਇਹ ਐਡਾ ਕੰਪਲੀਕੇਟਡ ਪ੍ਰੋਸੈਸ ਹੈ ਅਤੇ ਬੜੀ ਹੈਰਾਨੀ ਹੈ ਕਿ ਇਹ ਪ੍ਰੋਸੈਸ ਜਿਹੜਾ ਉਸ ਤੋਂ ਬਾਅਦ ਜਿਹਦੇ ਉੱਤੇ ਇੰਨੀ ਐਨਰਜੀ ਲੱਗਦੀ ਹੈ, ਔਰ ਇਵੋਲੂਸ਼ਨ ਨੂੰ 3 ਅਰਬ ਸਾਲ ਲੱਗ ਗਏ ਨੇ ਇਸ ਕਿਸਮ ਦੀਆਂ ਜ਼ਿੰਦਗੀਆਂ ਨੂੰ ਬਣਾਉਣ ਦੇ ਵਿੱਚ, ਉਹ ਪਰਮਾਨੈਂਟਲੀ ਫਿਰ ਅਖੀਰ ਦੇ ਉੱਤੇ ਜਿਉਂਦੀਆਂ ਕਿਉਂ ਨਹੀਂ ਰਹਿੰਦੀਆਂ? ਉਹਨੂੰ ਇਵੋਲੂਸ਼ਨ ਨੇ ਇਹੋ ਜਿਹਾ ਕਿਉਂ ਨਹੀਂ ਬਣਾ ਦਿੱਤਾ ਕਿ ਉਹ ਹਮੇਸ਼ਾ ਲਈ ਜਿਉਂਦੀਆਂ ਰਹਿਣ ਹਾਂਜੀ? ਕਿਉਂਕਿ ਜਿਹੜੀ ਅਸੀਂ ਬਾਰ-ਬਾਰ ਗੱਲ ਕਰ ਚੁੱਕੇ ਹਾਂ ਕਿ ਜ਼ਿੰਦਗੀ ਤਾਂ ਸੀਮਤ ਹੋਣੀ ਹੈ, ਪਰ ਨਾਲ ਹੀ ਜਿਹੜੀ ਇੱਕ ਮੈਂ ਬੜੀ ਜ਼ਰੂਰੀ ਗੱਲ ਕਰ ਚੁੱਕਾ ਕਿ ਜ਼ਿੰਦਗੀ ਸੀਮਤ ਨੂੰ ਕਰਨ ਦੇ ਲਈ ਸਾਡੇ ਅੰਦਰ ਇਵੋਲੂਸ਼ਨ ਨੇ ਕੋਈ ਨੈਗੇਟਿਵ ਪ੍ਰੋਸੀਜਰਸ, ਕੋਈ ਬੰਬ, ਕੋਈ ਪ੍ਰੋਗਰਾਮ, ਕੋਈ ਉਹ ਨਹੀਂ ਲਾਏ ਹੋਏ ਹਾਂਜੀ। ਪਰ ਜੋ ਲਾਇਆ ਹੋਇਆ ਉਹ ਸਾਡੇ ਜਿਉਣ ਦੇ ਲਈ ਬੜਾ ਜ਼ਰੂਰੀ ਹੈ, ਕਿ ਜਿਨ੍ਹਾਂ ਨੂੰ ਅਸੀਂ ਕੱਲ੍ਹ ਇੱਕ ਟਰਮ ਇੰਟਰੋਡਿਊਸ ਕੀਤੀ ਸੀ, ਹੋਮੀਓਡਾਇਨੈਮਿਕ ਸਪੇਸ। ਉਹ ਪੁਰਾਣੀ ਟਰਮ ਹੋਮਿਓਸਟੇਸਿਸ ਦੀ ਹੁੰਦੀ ਹੈ, ਪਰ ਅਸੀਂ ਅੱਜ ਕੱਲ੍ਹ ਪ੍ਰੈਫਰ ਕਰਦੇ ਹਾਂ ਹੋਮੀਓਡਾਇਨੈਮਿਕਸ ਨੂੰ, ਕਿਉਂਕਿ ਇਹ ਜਿਹੜੇ ਲਿਵਿੰਗ ਸਿਸਟਮਸ ਨੇ ਨਾ ਇਹ ਬੜੇ ਡਾਇਨੈਮਿਕ ਨੇ। ਇੱਕ ਤਾਂ ਇਹਦਾ ਆਪਸ ਦੇ ਵਿੱਚ ਸਾਰੇ ਸੈੱਲਾਂ ਦਾ, ਸਾਰੇ ਕੈਮੀਕਲਸ ਦਾ, ਸਾਰੇ ਟਿਸ਼ੂਜ਼ ਦਾ, ਸਾਰੇ ਔਰਗਨਸ ਦਾ, ਉਹਦੇ ਉੱਤੇ ਫਿਰ ਮਾਈਂਡ ਲੈਵਲ ਦਾ ਹਿਊਮਨ ਬੀਇੰਗ ਦੇ ਵਿੱਚ ਐਸਾ ਆਪਸ ਦੇ ਵਿੱਚ ਡਾਇਨੈਮਿਕ ਇੰਟਰੈਕਸ਼ਨ ਹੈ ਨਾ ਕਿ ਕਿਸੇ ਵੀ ਚੀਜ਼ ਨੂੰ ਅਸੀਂ ਸਟੈਟਿਕ ਨਹੀਂ ਮੰਨ ਸਕਦੇ। ਮੈਂ ਰੋਜ਼ ਉਹੀ ਹਾਂ ਪਰ ਮੈਂ ਉਹੀ ਨਹੀਂ ਵੀ ਹਾਂ, ਪਰ ਉਹ ਜਿਹੜੀ ਚੇਂਜ ਹੈ ਨਾ ਉਹ ਡਾਇਨੈਮਿਕ ਚੇਂਜ ਹੈ। ਉਹ ਡਾਇਨੈਮਿਕ ਹੈ ਕਿਉਂਕਿ ਅਚਾਨਕ ਨਹੀਂ ਬਦਲੀ ਹੋ ਜਾਂਦੀ। ਸੋ ਉਹ ਡਾਇਨੈਮਿਕ ਨੂੰ ਸਮਝਣ ਦੇ ਲਈ ਹੋਮੀਓਡਾਇਨੈਮਿਕ ਸਪੇਸ ਦੀ ਗੱਲ ਮੈਂ ਆਪਣੀਆਂ ਰਾਈਟਿੰਗ 'ਚ ਕਰਨੀ ਸ਼ੁਰੂ ਕੀਤੀ, ਜਿਹਨੂੰ ਕਾਫੀ ਦੂਜਿਆਂ ਨੇ ਵੀ ਹੁਣ ਉਹਨੂੰ ਸਮਝਿਆ ਵੈ ਅਤੇ ਉਹਨੂੰ ਆਪਣਾ ਅਡੋਪਟ ਕੀਤਾ ਕਿ ਇੱਕ ਤਰੀਕੇ ਦੀ ਤੁਸੀਂ ਬਫਰਿੰਗ ਕੈਪੈਸਿਟੀ, ਜੇ ਕੈਮਿਸਟਰੀ ਦੀ ਮੰਨ ਲਈਏ ਨਾ ਗੱਲ, ਕਿ ਬਫਰਿੰਗ ਕੈਪੈਸਿਟੀ ਹੈ ਕਿ ਸਾਡੇ ਕੋਲ ਇੱਕ ਜਿਉਣ ਦੀ ਸ਼ਕਤੀ ਹੈਗੀ ਹੈ। ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀ ਸਾਨੂੰ ਜਿਉਣ ਲਈ ਲੋੜੀਂਦੀਆਂ ਨੇ, ਉਹਦੀ ਕੱਲ੍ਹ ਵੀ ਗੱਲ ਕੀਤੀ, ਅੱਜ ਵੀ ਥੋੜ੍ਹੀ ਜਿਹੀ ਹੋਰ ਕਰਾਂਗੇ।
ਤੇ ਉਹ ਜਿਹੜੀ ਸ਼ਕਤੀ ਹੈ ਉਹਨੂੰ ਤੁਸੀਂ ਇੱਕ ਤਰ੍ਹਾਂ ਦੀ ਇੰਜ ਸਪੇਸ ਮੰਨ ਸਕਦੇ ਹੋ ਜੀ, ਇੱਕ ਗੋਲਾ ਵਾਹ ਲਈਏ। ਉਹ ਮੇਰੇ ਕੋਲ ਇੱਥੇ ਘਰ 'ਚ ਬੈਠਿਆ ਮੇਰੇ ਆਰਟੀਕਲਸ ਨਹੀਂ ਹੈਗੇ ਜਿੱਥੇ ਮੈਂ ਬੜੀਆਂ ਸੋਹਣੀਆਂ ਡਰਾਇੰਗਸ ਕੀਤੀਆਂ ਹੋਈਆਂ ਨੇ ਕਿ ਵੀ ਹੋਮਿਓਡਾਇਨਾਮਿਕ ਸਪੇਸ ਕੀ ਹੁੰਦੀ ਹੈ। ਇੱਕ ਬੱਚਾ ਜਿਹੜਾ ਨਵਾਂ ਜੰਮਦਾ ਹੈ ਉਹ ਇੱਕ ਘੱਟੋ ਘੱਟ ਮਿਨੀਮਮ ਹੋਮਿਓਡਾਇਨਾਮਿਕ ਸਪੇਸ ਸਰਵਾਈਵਲ ਐਬਿਲਿਟੀ ਲੈ ਕੇ ਜੰਮਦਾ। ਉਹਦੇ ਆਸੇ ਪਾਸੇ ਬੜਾ ਵੱਡਾ ਅਸੀਂ ਆਪਣੀ ਮੈਂ ਫੋਟੋ 'ਚ ਉਹਦੇ 'ਚ ਰੈੱਡ ਰੀਜਨ ਬਣਾਈ ਦਾ ਵੀ ਡੇਂਜਰ ਰੀਜਨ, ਦ ਰੀਜਨ ਆਫ ਪ੍ਰੋਨਨੈਸ ਟੂ ਥਿੰਗਸ ਗੋਇੰਗ ਰੋਂਗ, ਜਿਹੜੀਆਂ ਕਿ ਬਚਪਨ 'ਚ ਕਾਫੀ ਜ਼ਿਆਦਾ ਹੋ ਸਕਦੀਆਂ ਨੇ। ਹਾਂਜੀ, ਕੋਈ ਵੀ ਬੱਚਾ ਇਸ ਲਈ ਉਹਨੂੰ ਬੜੀ ਸਾਂਭ ਸੰਭਾਲ ਦੀ ਲੋੜ ਹੁੰਦੀ ਆ ਬਾਹਰੋਂ। ਅਤੇ ਉਹ ਜਿਹੜਾ ਵਲਨਰੇਬਿਲਿਟੀ ਜ਼ੋਨ ਹੈ ਉਹਦੇ ਕਰਕੇ ਪ੍ਰੋਬਲਮਸ ਆਉਂਦੀਆਂ। ਪਰ ਜਿਉਂ ਬੱਚਾ ਵੱਡਾ ਹੁੰਦਾ ਉਹ ਹੋਮਿਓਡਾਇਨਾਮਿਕ ਸਪੇਸ ਜਿਹੜੀ ਉਹਦੇ ਸਰਵਾਈਵਲ ਐਬਿਲਿਟੀ ਹੈ, ਜਿਹਨੂੰ ਅਸੀਂ ਕੈਮਿਸਟਰੀ ਵਿੱਚ ਬਫਰਿੰਗ ਕੈਪੈਸਿਟੀ ਕਹਿ ਲਈਏ, ਕਿ ਜੇ ਕੋਈ ਚੇਂਜ ਹੁੰਦੀ ਵੀ ਹੈ ਤੇ ਉਹਨੂੰ ਉਹ ਸਾਂਭਣ ਦੇ ਯੋਗ ਹੈ, ਉਹ ਵੱਧਦੀ ਹੈ, ਫੁੱਲਦੀ ਹੈ, ਤੇ ਫਿਰ ਉਹ ਜਵਾਨੀ ਤੱਕ ਪਹੁੰਚਦੇ ਹਾਂ ਬੜੀ ਪੀਕ ਦੇ ਉੱਤੇ ਆਪਣਾ ਪੁੱਜ ਜਾਂਦੀ ਹੈ, ਜਿਹਨੂੰ ਅਸੀਂ ਹੋਮਿਓਡਾਇਨਾਮਿਕ ਸਪੇਸ ਕਹਿੰਦੇ, ਤਾਂ ਕਿ ਉਹ ਫਿਰ ਬੱਚਾ ਜਿਹੜਾ ਅਗਲੀ ਨਸਲ ਨੂੰ ਵੀ ਜਨਮ ਦੇਣ ਜੋਗਾ ਹੋ ਜਾਵੇ। ਸੋ ਹੋਮਿਓਡਾਇਨਾਮਿਕ ਸਪੇਸ ਦੇ ਵਿੱਚ ਬੇਸਿਕ ਜਿਹੜਾ ਮੈਟਾਬੋਲਿਜ਼ਮ ਹੈ ਕਿ ਅਸੀਂ ਜਦੋਂ ਖਾਂਦੇ ਹਾਂ ਤੇ ਉਹ ਕਿਵੇਂ ਭੋਜਨ ਹਜ਼ਮ ਹੋ ਕੇ ਤੇ ਫਿਰ ਉਹਦੇ ਵੱਖ-ਵੱਖ ਹਿੱਸੇ ਸਾਨੂੰ ਵੱਖ-ਵੱਖ ਐਕਟੀਵਿਟੀ ਕਰਨ ਦੇ ਯੋਗ ਬਣਾਉਂਦੇ ਨੇ। ਉਹ ਤੇ ਬੜਾ ਲੰਬਾ ਚੌੜਾ ਮੈਟਾਬੋਲਿਕ ਜਿਹੜੀ ਕੈਮਿਸਟਰੀ ਆ ਅਸੀਂ ਉਹਦੇ 'ਚ ਨਹੀਂ ਜਾਵਾਂਗੇ। ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਏਜ ਤੇ ਏਜਿੰਗ ਦੇ ਮਾਮਲੇ 'ਚ, ਕਿ ਜਿਹੜੀਆਂ ਚੀਜ਼ਾਂ ਸਾਨੂੰ ਜਿਉਂਦੇ ਰੱਖਣ ਲਈ ਕਿ ਅਸੀਂ ਕਿੰਨੀ ਦੇਰ ਜਿਉਂਦੇ ਰਹਿਣਾ, ਉਹ ਮੇਨਟੇਨੈਂਸ ਐਂਡ ਰਿਪੇਅਰ ਸਿਸਟਮਸ, ਸਾਂਭ ਸੰਭਾਲ ਦੇ ਤਰੀਕੇ, ਕਿ ਜੇ ਮੇਰੀ DNA ਧੁੱਪ ਦੇ ਕਰਕੇ ਜਾਂ ਅੰਦਰੋਂ ਫ੍ਰੀ ਰੈਡੀਕਲਸ ਕਰਕੇ ਟੁੱਟਦੀ ਹੈ ਤੇ ਉਹਦੇ ਲਈ 100-200 ਕਿਸਮ ਦੇ ਐਂਜ਼ਾਈਮ ਬਣਦੇ ਨੇ ਜਿਹੜੀ ਉਹਦੀ ਰਿਪੇਅਰ ਕਰਦੇ ਨੇ। ਜੇ ਮੇਰੀਆਂ ਪ੍ਰੋਟੀਨਾਂ ਐਬਨੋਰਮਲ ਹੋ ਜਾਂਦੀਆਂ ਨੇ ਗਲੂਕੋਜ਼ ਦਾ ਰਿਐਕਸ਼ਨ ਹੋਣ ਕਰਕੇ, ਉਹਨਾਂ ਨੂੰ ਭੈੜੀਆਂ ਪ੍ਰੋਟੀਨਾਂ ਨੂੰ ਕੱਢਣਾ ਜਾਂ ਉਹਨਾਂ ਨੂੰ ਰਿਪੇਅਰ ਕਰਨਾ, ਉਹਦੇ ਲਈ ਕਈ ਤਰੀਕੇ ਨੇ ਸੈੱਲ ਦੇ ਵਿੱਚ। ਇੰਜੀ ਸੈੱਲ ਦੀਆਂ ਹਰ ਤਰੀਕੇ ਦੀਆਂ ਚੱਲਦੀਆਂ ਕਿ ਸਾਨੂੰ ਤੇ ਫਿਰ ਵੱਡੇ ਲੈਵਲ ਦੇ ਉੱਤੇ ਆ ਜਾਂਦਾ ਟੈਂਪਰੇਚਰ ਰੈਗੂਲੇਸ਼ਨ ਕਿਵੇਂ ਹੋਣਾ ਹੈ, ਇਮਿਊਨ ਸਿਸਟਮ ਕਿਵੇਂ ਬਣਨਾ, ਸੈੱਲ ਕਿਵੇਂ ਮੇਨਟੇਨ ਰਹਿਣੇ। ਇਹ ਬੜਾ ਲੰਬਾ ਚੌੜਾ ਪ੍ਰੋਸੈਸ ਹੈ। ਤਾਂ ਤੁਸੀਂ ਉਹਨੂੰ ਮੰਨ ਲਓ ਕਿ ਬਈ ਇਹ ਬੜੇ ਇਹਦੇ ਉੱਤੇ ਕੰਮ ਵੀ ਹੋਇਆ ਤੇ ਇਹਦੀ ਸਮਝ ਵੀ ਹੈਗੀ ਹੈ ਕਿ ਇਹ ਚੀਜ਼ਾਂ ਬਣੀਆਂ ਹੋਈਆਂ ਨੇ। ਹਾਂਜੀ, ਤੇ ਇਹ ਚੀਜ਼ਾਂ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੀਆਂ ਨੇ। ਈਵੋਲੂਸ਼ਨ ਨੇ ਕੀ ਕੀਤਾ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਖਰਾਬੀ ਜਲਦੀ ਨਾ ਆ ਜਾਵੇ, ਇਸ ਲਈ ਉਹ essential ਲਾਈਫ ਸਪੈਨ ਦਾ ਕੰਮ ਹੈ ਕਿ ਜੇ ਤੇ ਮਨੁੱਖ ਦੇ ਮਾਮਲੇ ਵਿੱਚ 40-45 ਸਾਲ ਤੋਂ ਪਹਿਲੇ ਜੇ ਇਹ ਚੀਜ਼ਾਂ ਖਰਾਬ ਹੋਣੀਆਂ ਸ਼ੁਰੂ ਹੋ ਜਾਣ, ਉਹਦੇ ਕਾਰਨ ਕੀ ਨੇ ਉਹ ਵੀ ਸ਼ਾਇਦ ਗੱਲ ਕਰਾਂਗੇ, ਤੇ ਫਿਰ ਤੇ ਸਪੀਸੀਜ਼ ਹੀ ਖਤਮ ਹੋ ਜਾਏਗੀ। ਉਹ ਕਿਸੇ ਵਿੱਚ ਤੇ ਹੋ ਸਕਦੀਆਂ ਥੋੜ੍ਹੀ ਬਹੁਤੀ, ਪਰ ਇਵੋਲੂਸ਼ਨ ਦੇ ਤਰੀਕੇ ਨੇ, ਇਸ ਲਈ ਇਵੋਲੂਸ਼ਨਰੀ ਥਿਊਰੀ ਨੂੰ ਸਮਝਣਾ ਬੜਾ ਜ਼ਰੂਰੀ ਹੈ। ਉਹਨੇ ਇਸ ਤਰੀਕੇ ਨਾਲ ਸਿਲੈਕਸ਼ਨ ਕੀਤੀ ਕਿ ਜਿਹੜੀਆਂ ਕੋਈ ਵੱਡੀਆਂ ਬਿਮਾਰੀਆਂ ਜਿਵੇਂ ਕੈਂਸਰਸ ਨੇ, ਉਹ ਕੈਂਸਰ ਜਿਹੜੇ ਨੇ ਬਹੁਤੇ 40-45 ਸਾਲ ਤੋਂ ਬਾਅਦ ਹੀ ਆਉਣ। ਇਹ ਨਹੀਂ ਕਿ ਜਵਾਨੀ ਵਿੱਚ ਨਹੀਂ ਆਉਂਦੇ, ਉਹ ਵੀ ਆਉਂਦੇ ਨੇ ਪਰ ਥੋੜ੍ਹੇ ਹੁੰਦੇ ਨੇ। ਇੰਜੀ ਜਿਹੜੀਆਂ ਵੱਡੀਆਂ ਬਿਮਾਰੀਆਂ ਨੇ, ਐਲਜ਼ਾਈਮਰ ਹੈ, ਪਾਰਕਿੰਸਨ ਹੈ, ਈਵਨ ਡਾਇਬੀਟਿਸ ਜਿਹਨੂੰ ਹਿੰਦੁਸਤਾਨ 'ਚ ਹੀ ਡਾਇਬਟੀਜ਼ ਵੀ ਕਹਿੰਦੇ ਆ, ਅਤੇ ਉਹ ਜਿਹੜੀ ਹੈ ਉਹ ਇੱਕ ਖਾਸ ਉਮਰ ਤੋਂ ਬਾਅਦ, ਬਚਪਨ ਵਾਲੀ ਡਾਇਬਟੀਜ਼ ਵੀ ਹੁੰਦੀ ਹੈ, ਪਰ ਗੱਲ ਇਵੋਲੂਸ਼ਨ ਨੇ ਕੋਸ਼ਿਸ਼ ਇਹੀ ਕੀਤੀ ਹੈ ਕਿ ਇਸੈਂਸ਼ੀਅਲ ਲਾਈਫ ਸਪੈਨ ਤੋਂ ਪਹਿਲੇ ਕੋਈ ਬਹੁਤੀਆਂ ਮੌਤਾਂ ਨਾ ਹੋਣ, ਤਾਂ ਕਿ ਸਪੀਸੀਜ਼ ਅੱਗੇ ਚੱਲਦੀ ਰਹੇ। ਅਤੇ ਉਹ ਬੜੇ ਲੰਬੇ ਪ੍ਰੋਸੈਸ ਨੇ। ਹੁਣ ਉਸ ਤੋਂ ਬਾਅਦ ਮੈਂ ਫਿਰ ਇੱਕ ਦੂਜੀ ਗੱਲ ਕੀਤੀ ਸੀ ਕਿ ਇਵੋਲੂਸ਼ਨ ਨੇ ਕੋਈ ਸਾਨੂੰ ਮਾਰਨ ਦਾ ਵੀ ਨਹੀਂ ਤਰੀਕਾ ਬਣਾਇਆ, ਪਰ ਮਰਦੇ ਅਸੀਂ ਫਿਰ ਵੀ ਹਾਂ, ਕਿਉਂਕਿ ਜੇ ਇਹ ਪ੍ਰੋਸੈਸ ਜਿਉਣ ਦੇ ਬਣਾਏ ਨੇ ਤੇ ਫਿਰ ਇਹ ਹਮੇਸ਼ਾ ਕਿਉਂ ਨਹੀਂ ਕੰਮ ਕਰਦੇ ਰਹਿੰਦੇ। ਕਿਸੇ ਚੀਜ਼ ਨੂੰ ਬਣਾਉਣਾ ਕਈ ਵਾਰ ਬੜਾ ਮੁਸ਼ਕਿਲ ਹੁੰਦਾ ਹੈ, ਬੜਾ ਐਨਰਜੀ ਕੰਜ਼ਿਊਮਿੰਗ ਹੁੰਦਾ ਹੈ ਉਹਦੀ ਮੇਨਟੇਨੈਂਸ ਰੱਖਣ ਦੀ ਬਜਾਏ, ਪਰ ਇਵੋਲੂਸ਼ਨ ਨੇ ਇਹ ਕੀਤਾ ਨਹੀਂ, ਕਿਉਂਕਿ ਜਿਵੇਂ ਉਹਨੂੰ ਲੋੜ ਨਹੀਂ ਸੀ, ਕਿਉਂਕਿ ਨੇਚਰ ਦੇ ਵਿੱਚ ਨਾ ਜ਼ਿਆਦਾ ਜਿਹੜੀਆਂ ਮੌਤਾਂ ਨੇ ਉਹ ਬਾਈ ਚਾਂਸ ਹੁੰਦੀਆਂ, ਜਾਂ ਅਸੀਂ ਖਾਧੇ ਜਾਂਦੇ ਹਾਂ ਕਿਸੇ ਦੂਜੇ ਜਾਨਵਰ ਰਾਹੀਂ, ਜਾਂ ਅਸੀਂ ਕਿਸੇ ਨੂੰ ਖਾਂਦੇ ਹਾਂ, ਜਾਂ ਬਿਮਾਰੀਆਂ ਆਉਂਦੀਆਂ। ਨੇਚਰ ਦੇ ਵਿੱਚ ਕੱਲ੍ਹ ਵੀ ਇਹੀ ਗੱਲ ਕੀਤੀ ਸੀ ਕਿ ਪ੍ਰੋਬਲਮ ਤਾਂ ਹਮੇਸ਼ਾ ਰਹੀ ਹੈ ਕਿ ਵੀ ਸ਼ੁੱਡ ਹੈਵ ਇਨਫ ਨੰਬਰ ਆਫ ਸਰਵਾਈਵਰਸ ਟੂ ਕੰਟੀਨਿਊ ਦ ਸਪੀਸੀਜ਼। ਸੋ ਭੀੜ ਨਹੀਂ ਕਦੇ ਪੈਂਦੀ ਕਿ ਇਵੋਲੂਸ਼ਨ ਨੂੰ ਲੋੜ ਪਏ ਕਿ ਵੀ ਇਹ ਗਰੁੱਪ ਬਹੁਤਾ ਹੀ ਭੀੜ ਭੜੱਕਾ ਹੋ ਗਿਆ ਅਤੇ ਮੈਨੂੰ ਮਾਰਨ ਦੀ ਲੋੜ। ਇਹਦੇ ਵਿੱਚ ਇੱਕ ਬੜੀ ਜ਼ਰੂਰੀ ਫਿਰ ਅਗਲੀ ਗੱਲ ਆਉਂਦੀ ਹੈ ਕਿ ਜਿਹੜੇ ਪ੍ਰੋਸੈਸ ਬਣੇ ਨੇ ਨਾ, ਈਵੋਲੂਸ਼ਨ ਜਾਂ ਜਿਹਨੂੰ ਨੇਚਰ ਮੈਂ ਬਾਰ-ਬਾਰ ਵਰਤ ਰਿਹਾ, ਪਰ ਵਿਗਿਆਨ ਦੀ ਭਾਸ਼ਾ 'ਚ ਜਦੋਂ ਅਸੀਂ ਨੇਚਰ ਕਹਿੰਦੇ ਹਾਂ, ਈਵੋਲੂਸ਼ਨ ਦਾ ਹੀ ਨਾਂ ਜ਼ਿਆਦਾ ਅਸੀਂ ਲੈ ਰਹੇ ਹੁੰਦੇ ਹਾਂ, ਖਾਸ ਕਰਕੇ ਬਾਇਓਲੋਜੀ ਦੇ ਵੀ। ਈਵੋਲੂਸ਼ਨ ਨਾ ਪਰਫੈਕਸ਼ਨ 'ਚ ਨਹੀਂ ਬਿਲੀਵ ਕਰਦੀ। ਈਵੋਲੂਸ਼ਨ ਦੇ ਵਿੱਚ ਨੇਚਰ 'ਚ ਕੋਈ ਵੀ ਚੀਜ਼ ਪਰਫੈਕਟ ਨਹੀਂ ਜੇ ਹੁੰਦੀ।
ਚੇਂਜ ਜਿਹੜਾ ਜਿਵੇਂ ਸੱਭਿਆਚਾਰ 'ਚ ਵੀ ਕਹਿੰਦੇ ਹਰ ਚੀਜ਼ ਦੇ ਵਿੱਚ ਤਬਦੀਲੀ ਆਉਂਦੀ ਹੈ। ਚੇਂਜ ਜਿਹੜਾ ਆਉਣਾ ਨਾ ਉਹ ਬੇਸਿਕਲੀ ਇੰਪਰਫੈਕਸ਼ਨ ਦੀ ਨਿਸ਼ਾਨੀ ਹੈ, ਕਿਉਂਕਿ ਜੇ ਕੋਈ ਚੀਜ਼ ਪਹਿਲੀ ਪਰਫੈਕਟ ਹੋਵੇ ਫਿਰ ਤਾਂ ਉਹਦੇ 'ਚ ਕੋਈ ਤਬਦੀਲੀ ਆਣੀ ਨਹੀਂ ਚਾਹੀਦੀ ਵੀ ਨਹੀਂ ਤੇ ਹੋਏਗੀ ਵੀ ਨਹੀਂ। ਜੇ ਪਹਿਲਾ ਬੈਕਟੀਰੀਅਮ ਜਿਹੜਾ ਬਣਿਆ ਬੈਕਟੀਰੀਆ ਜੋ ਪਰਫੈਕਟਲੀ ਆਪਣਾ ਹਰ ਕੰਮ ਸਭ ਠੀਕ ਕਰਦਾ ਰਹਿੰਦਾ ਤੇ ਫਿਰ ਤੇ ਕੋਈ ਅਗਲੇ ਈਵੋਲੂਸ਼ਨ ਹੀ ਨਹੀਂ ਹੋਣੀ। ਈਵੋਲੂਸ਼ਨ ਹੋਣ ਦੇ ਲਈ ਇਹ ਜ਼ਰੂਰੀ ਹੈ ਕਿ ਸਾਡੇ ਸਿਸਟਮ ਪਰਫੈਕਟ ਨਾ ਹੋਣ, ਮਿਊਟੇਸ਼ਨਸ ਹੋਣ, ਹਾਂਜੀ। ਪਰ ਉਹ ਜੇ ਜ਼ਿਆਦਾ ਹੋ ਜਾਣ ਤੇ ਫਿਰ ਮਰ ਵੀ ਜਾਈਦਾ, ਫਿਰ ਬਿਮਾਰੀਆਂ ਵੀ ਆਉਂਦੀਆਂ ਨੇ। ਸੋ ਇਸ ਚੀਜ਼ ਨੂੰ ਕਿ ਬਈ ਈਵੋਲੂਸ਼ਨ ਜਾਂ ਨੇਚਰ ਪਰਫੈਕਟ ਨਹੀਂ ਜੇ, ਅਸੀਂ ਮੰਨ ਕੇ ਚੱਲਦੇ ਕਿ ਵਾਹ ਉਹ ਜਿਹੜੀ ਹੈ ਨਾ ਵਾਹ ਵਾਲਾ ਉਹਦਾ ਦੂਜਾ ਪੱਧਰ ਹੈ, ਉਹਦੇ ਵਾਹ ਨੂੰ ਜੇ ਅਸੀਂ ਇਹ ਮੰਨ ਲਈਏ ਕਿ ਵਾਹ ਜਿਹੜਾ ਵਾ ਪਰਫੈਕਸ਼ਨ ਦੀ ਨਿਸ਼ਾਨੀ ਹੈ, ਇਹ ਨਹੀਂ ਹੈ। ਕਿਉਂਕਿ ਉਹ ਪਰਫੈਕਸ਼ਨ ਦੇ ਲਈ ਫਿਰ ਸਾਨੂੰ ਇੱਕ ਡਿਜ਼ਾਈਨਰ ਦਾ ਕਨਸੈਪਟ ਲੈਣਾ ਪਏਗਾ ਕਿ ਜਿਵੇਂ ਕਿਸੇ ਨੇ ਡਿਜ਼ਾਈਨ ਕੀਤੇ, ਪਰ ਬ੍ਰਹਿਮੰਡ ਬੜਾ ਇੰਪਰਫੈਕਟ ਹੈ। ਮੈਂ ਜਦੋਂ ਵੀ ਮਾਈਕਰੋਸਕੋਪ ਤੇ ਬਹਿ ਕੇ ਜਦੋਂ ਸੈੱਲਾਂ ਨੂੰ ਦੇਖਦਾ ਤੇ ਮੇਰੀ ਜ਼ਿੰਦਗੀ ਦੇ ਕਈ ਵਾਰੀ ਬੜੇ ਸੱਚੇ ਤਜਰਬੇ ਨੇ ਕਿ ਸੈੱਲ ਨੂੰ ਦੇਖਦੇ ਹੋਇਆਂ ਕਿ ਆਹ ਸੈੱਲ ਜਿਉਂਦਾ ਕਿਵੇਂ ਕੰਮ ਕਰਦਾ, ਕੀ ਹੈ ਉਹਦੇ ਵਿੱਚ ਹੈਗਾ, ਤੇ ਉਹਦੇ ਬਾਰੇ ਕਿਉਂਕਿ ਜਾਣਕਾਰੀ ਹੋਣ ਕਰਕੇ ਤੇ ਇਹ ਵੀ ਪਤਾ ਹੋਣ ਕਰਕੇ ਕਿੰਨੀ ਟੁੱਟ ਫੁੱਟ ਹੋ ਰਹੀ ਹੈ, ਉਹਦੇ 'ਚ ਕਿੰਨੀਆਂ ਕਮੀਆਂ ਨੇ, ਉਹ ਕਿੰਨੀਆਂ ਮਿਸਟੇਕਸ ਕਰ ਰਿਹਾ, ਉਹ ਕਿੰਨਾ ਅਧੂਰਾ ਹੈ, ਕਿੰਨਾ ਇੰਪਰਫੈਕਟ ਹੈ, ਇਹ ਤੇ ਉਹਦੇ ਬਾਵਜੂਦ ਵੀ ਉਹ ਇੱਕ ਜ਼ਿੰਦਾ ਸੈੱਲ ਹੈ ਤੇ ਉਹ ਸੈੱਲ ਦੂਜੇ ਨੂੰ ਬਣਾਉਂਦਾ, ਉਹਦੇ ਨਾਲ ਫਿਰ ਮੈਂ ਬਣਦਾ। ਇਹ ਤੁਸੀਂ ਸ਼ਾਇਦ ਵਿਸ਼ਵਾਸ ਨਾ ਕਰੋ ਕਿ ਵੀ ਵਿਗਿਆਨੀ ਵੀ ਭਾਵੁਕ ਹੋ ਜਾਂਦਾ ਹੈ। ਮੈਂ ਮਾਈਕਰੋਸਕੋਪ ਤੇ ਬਹਿ ਕੇ ਰੋਇਆ ਵੀ ਹਾਂ। ਕਿਆ ਬਾਤ ਕਿ ਇੰਪਰਫੈਕਸ਼ਨਸ ਦੇ ਵਿੱਚ ਬਿਊਟੀ, ਇੰਪਰਫੈਕਸ਼ਨਸ ਦੇ ਵਿੱਚ ਲਾਈਫ। ਇਹ ਜਿਹੜਾ ਸਾਡਾ ਪਰਫੈਕਸ਼ਨ ਹੋਣੀ ਚਾਹੀਦੀ ਹੈ ਤੇ ਉਹ ਸਾਰਾ ਕੁਝ ਠੀਕ ਹੈ। ਪਰਫੈਕਸ਼ਨ ਇੱਕ ਆਈਡੀਅਲ ਹੈ, ਆਈਡੀਅਲ ਕਦੇ ਅਚੀਵ ਨਹੀਂ ਕਰਨੇ ਹੁੰਦੇ, ਕਿਉਂਕਿ ਅਚੀਵ ਨਾ ਤੇ ਹੁੰਦੇ ਨੇ ਨਾ ਹੋਣੇ ਚਾਹੀਦੇ ਨੇ, ਕਿਉਂਕਿ ਜਿਹੜੀ ਆਈਡੀਅਲ ਸਟੇਟ ਹੈ ਨਾ ਪਰਫੈਕਸ਼ਨ ਦੀ ਸਟੇਟ, ਉਹ ਜੜਤਾ ਦੀ ਸਟੇਜ ਹੈ। ਸਾਡੀ ਇੰਪਰਫੈਕਸ਼ਨ ਦੀ ਸਟੇਟ ਜਿਹੜੀ ਹੈ ਮੂਵਮੈਂਟ ਦੀ ਸਟੇਜ ਹੈ, ਸਾਡੀ ਕਿਊਰੀਓਸਿਟੀ ਦੀ ਸਟੇਜ ਹੈ। ਜਿਹੜਾ ਸਾਰਾ ਕੁਝ ਹੀ ਪਰਫੈਕਟ ਹੋਵੇ ਨਾ ਸਾਰਾ ਕੁਝ ਫਿਰ ਅੱਗੇ ਮੂਵਮੈਂਟ ਨੂੰ ਬੰਦ ਕਰ ਦਿੰਦਾ। ਸੋ ਈਵੋਲੂਸ਼ਨ ਨੇ ਜੋ ਕੁਝ ਸਾਡੇ ਲਈ ਬਣਾਇਆ, ਈਵੋਲੂਸ਼ਨ ਵਰਕਸ ਔਨ ਦ ਥਿੰਗਸ ਵਿਚ ਵਰਕ। ਉਹ ਓਨਾ ਕੀ ਕੰਮ ਕਰਦੀ ਹੈ ਕਿ ਹਾਂ ਵੀ ਇਹਦੇ ਨਾਲ ਕੰਮ ਚੱਲ ਜਾਵੇ। ਤੇ ਕੰਮ ਕਿਹੜਾ ਚੱਲ ਜਾਏ ਕਿ ਉਹ ਸਪੀਸੀਜ਼ ਦਾ ਮੈਂਬਰ ਜਿਹੜਾ ਜਿਉਂਦਾ ਰਹੇ ਤੇ ਅੱਗੇ ਉਹਨੂੰ ਰਿਪਰੋਡਿਊਸ ਕਰ ਸਕੇ। ਉਹਦੇ ਲਈ ਘਾਟਾ ਵਾਧੇ ਦਾ ਉਹ ਇੰਨਾ ਕੀ ਕਰਦੀ ਹੈ ਕਿ ਵੀ ਉਹ ਪਹਿਲੋਂ ਨਾ ਮਰ ਜਾਵੇ, ਉਹਨੂੰ ਪਰਫੈਕਸ਼ਨ ਦੀ ਲੋੜ ਨਹੀਂ। ਇਹੀ ਇੱਕ ਰਾਜ਼ ਬਣਦਾ ਹੈ ਕਿ ਜ਼ਿੰਦਗੀ ਜਿਹੜੀ ਹੈ ਸਾਡੀ ਪਰਫੈਕਟਲੀ ਅਨਲਿਮਿਟਿਡ ਨਹੀਂ ਹੋ ਸਕਦੀ, ਕਿਉਂਕਿ ਉਹਦੇ ਮੈਕੈਨਿਜ਼ਮਸ, ਸਰਵਾਈਵਲ ਦੇ ਮੈਕੈਨਿਜ਼ਮਸ ਜਿਹੜੇ ਨੇ ਜੀਉਣ ਦੇ, ਉਹ ਪਰਫੈਕਟ ਨਹੀਂ। ਨਾ ਤੇ ਉਹ ਇਵੋਲਵ ਹੋਏ ਨੇ ਤੇ ਨਾ ਉਹਨਾਂ ਨੂੰ ਇਵੋਲਵ ਹੋਣ ਦੀ ਕੋਈ ਉਹਨਾਂ ਉੱਤੇ ਸਿਲੈਕਸ਼ਨ ਪ੍ਰੈਸ਼ਰ ਹੈ ਇਵੋਲੂਸ਼ਨ ਦੇ ਵਿੱਚ। ਉਹਦੇ ਵਿੱਚ ਸਪੀਸੀਜ਼ ਦੇ ਹਿਸਾਬ ਸਿਰ, ਜੇ ਹੁਣ DNA ਰਿਪੇਅਰ ਦੀ ਐਗਜ਼ਾਮਪਲ ਲੈ ਲਓ, ਉਹ DNA ਰਿਪੇਅਰ ਜਿਹੜੀ ਹੈ ਇੱਕ ਚੂਹੇ ਦੇ ਵਿੱਚ ਇੱਕ ਇਨਸਾਨ ਦੇ ਸਪੀਸੀਜ਼ ਨਾਲੋਂ 25-30 ਗੁਣਾ ਘੱਟ ਹੈ। ਇਸੇ ਉਹ ਫਿਰ ਰਿਫਲੈਕਟ ਹੁੰਦੀ ਹੈ ਕਿ ਚੂਹੇ ਦੀ ਉਮਰ 1-2 ਸਾਲ ਹੁੰਦੀ ਹੈ ਤੇ ਸਾਡੀ ਉਮਰ ਐਸੈਂਸ਼ੀਅਲ ਲਾਈਫ ਸਪੈਨ ਜਿਹੜੀ 40-45 ਹੁੰਦੀ ਹੈ। ਇੰਝ ਕੋਈ ਵੀ ਐਗਜ਼ਾਮਪਲ ਲੈ ਲਓਗੇ ਨਾ ਸਰਵਾਈਵਲ ਮੈਕੈਨਿਜ਼ਮਸ ਦੀ, ਉਹ ਉਸ ਸਪੀਸੀਜ਼ ਦੀ ਜਿਹੜੀ ਲਾਈਫ ਸਪੈਨ ਹੈ, ਐਸੈਂਸ਼ੀਅਲ ਲਾਈਫ ਸਪੈਨ, ਉਹਦੇ ਨਾਲ ਕੋਰਿਲੇਟ ਹੁੰਦੇ ਨੇ। ਹੁਣ ਇਸ ਤੋਂ ਵੀ ਅਗਲੀ ਜਿਹੜੀ ਇੰਪੋਰਟੈਂਟ ਚੀਜ਼ ਆਉਂਦੀ ਹੈ ਕਿ ਫਿਰ ਸਵਿਚ ਆਫ ਕਿਉਂ ਕਰ ਦਿੰਦੀ ਹੈ ਇਵੋਲੂਸ਼ਨ ਇਹਨਾਂ ਨੂੰ? ਨਾ, ਸਵਿਚ ਆਫ ਨਹੀਂ ਕਰਦੀ। ਉਹੀ ਮੈਂ ਕਿਹਾ ਨਾ, ਸਵਿਚ ਆਫ ਨਹੀਂ ਕਰਦੀ ਉਹਨਾਂ ਨੂੰ। ਉਹਨੇ ਕਿਉਂਕਿ ਪਰਫੈਕਟ ਨਹੀਂ ਬਣਾਇਆ, ਉਹ ਚੱਲਣ ਦਿੰਦੀ ਹੈ। ਇਸੇ ਲਈ ਅਸੀਂ 40-45 ਸਾਲ ਦੀ ਥਾਂ ਤੇ 80-90-100 ਤੱਕ ਜਿਉਂਦੇ ਵੀ ਹਾਂ ਤੇ ਜਿਉ ਸਕਦੇ ਵੀ ਹਾਂ ਤੇ ਉਸ ਤੋਂ ਵੀ ਲੰਬੀਆਂ ਉਮਰਾਂ ਜਿਉਣ ਦੀ ਆਸ਼ਾ ਰੱਖਦੇ ਹਾਂ। ਉਹਦੀ ਐਗਜ਼ਾਮਪਲ ਜਿਵੇਂ ਇਹੀ ਆਉਂਦੀ ਹੈ ਕਿ ਬਈ ਜਦੋਂ ਕਾਰ ਚੱਲਦੀ ਹੋਵੇ, ਹੈ ਤਾਂ ਬੜੀ ਸਧਾਰਨ ਜੀ ਐਗਜ਼ਾਮਪਲ, ਇਹਨੂੰ ਬਹੁਤਾ ਲਿਟਰਲੀ ਨਾ ਲੈਣਾ, ਕਿ ਕਾਰ ਜੇ ਚੱਲ ਰਹੀ ਹੈ ਤੇ ਤੁਸੀਂ ਜੇ ਉਹਨੂੰ ਨਿਊਟਰਲ ਜਿਹੇ 'ਚ ਪਾ ਕੇ ਤੇ ਉਹਨੂੰ ਬੰਦ ਵੀ ਕਰ ਦੋਗੇ ਤੇ ਉਹ ਕਾਫੀ ਦੇਰ ਤੱਕ ਜਿਹੜੀ ਹੈ ਉਹ ਫਿਰ ਵੀ ਚੱਲਦੀ ਰਹੇਗੀ, ਰਿੜਦੀ ਰਹੇਗੀ। ਉੱਥੇ ਫਿਰ ਲਾਜ਼ ਆਫ ਫਿਜ਼ਿਕਸ ਫੈਸਲਾ ਕਰਨਗੇ ਕਿ ਉਹ ਫ੍ਰਿਕਸ਼ਨ ਕਿੰਨੀ ਕੁ ਹੈ ਉਹਦੇ ਪਹੀਆਂ ਨੂੰ, ਕਾਰ ਦਾ ਭਾਰ ਕਿੰਨਾ ਕੁ ਹੈ, ਸੜਕ ਦਾ ਐਂਗਲ ਕਿਹੜਾ ਵੈ, ਹਵਾ ਹੈਗੀ ਹੈ ਕਿ ਨਹੀਂ, ਉਹ ਡਿਟਰਮਿਨ ਕਰੇਗਾ ਵੀ ਕਿੱਥੋਂ ਤੱਕ ਇਹ ਕਾਰ ਜਾ ਸਕਦੀ ਹੈ। ਪਰ ਇਵੋਲੂਸ਼ਨ ਨੇ ਬਣਾਉਣੀਆਂ ਆਪਣੀਆਂ ਚੀਜ਼ਾਂ ਤਾਂ ਕਿ ਉਹਦਾ ਕੰਮ ਓਨਾ ਕੁ ਹੋ ਜਾਵੇ। ਉਹਦੀ ਕਹਿੰਦੀ ਦੂਜੀ ਐਗਜ਼ਾਮਪਲ ਆਉਂਦੀ ਹੈ ਕਿ ਜੇ ਅਸੀਂ ਰਾਕਟ ਬਣਾਇਆ ਕਿ ਵੀ ਉਹ ਜਾਂ ਕੋਈ ਪ੍ਰੋਬ ਬਣਾਈਏ ਕਿ ਉਹ ਉੱਥੇ ਮੰਗਲ ਗ੍ਰਹਿ ਤੱਕ ਪਹੁੰਚ ਸਕੇ, ਸੋ ਸਾਨੂੰ ਇਹੋ ਜਿਹੇ ਤੇ ਚੀਜ਼ਾਂ ਲਾਉਣੀਆਂ ਪੈਣਗੀਆਂ ਕਿ ਉਹ ਮੰਗਲ ਗ੍ਰਹਿ ਤੱਕ ਪੁੱਜਣ ਜੋਗਾ ਹੋਵੇ। ਤੇ ਜਿਵੇਂ ਉਹਦੇ ਵਿੱਚ ਜਿਹੜੀ ਇੱਥੋਂ ਡੈਨਮਾਰਕ ਦੀ ਹੋਈ ਬਣੀ ਹੋਈ ਪ੍ਰੋਬ ਸੀ ਮਸ਼ੀਨ ਮਾਰਸ ਦੇ ਉੱਤੇ ਦਾ, ਕਿ ਉਹਦਾ ਪਲਾਨ ਸੀ ਕਿ 80 ਦਿਨਾਂ ਤੱਕ ਉਹ ਉੱਥੇ ਕੰਮ ਕਰ ਸਕੇ, ਮੰਗਲ ਗ੍ਰਹਿ ਦੀ ਸਰਫੇਸ ਦੇ ਉੱਤੇ ਸੈਂਪਲ ਲੈਣੇ। ਪਰ ਉਹ ਕੰਮ 200 ਦਿਨ ਕਰਦੀ ਰਹੀ।
ਬਣਾਈ ਇਸ ਤਰੀਕੇ ਨਾਲ ਸੀ ਕਿ 80 ਤੋਂ ਪਹਿਲੋਂ ਨਾ ਖਰਾਬ ਹੋ ਜਾਏ, ਕਿਉਂਕਿ ਸਾਨੂੰ ਉਹਦੀ ਉਨੀ ਕੁ ਲੋੜ ਹੈ। ਉਹ ਤੇ ਹੈ ਡਿਜ਼ਾਈਨ ਦਾ ਸਿਸਟਮ, ਹਾਂਜੀ, ਕਿਉਂਕਿ ਇੰਜ ਫਿਰ ਇੰਜੀਨੀਅਰ ਕੈਲਕੂਲੇਸ਼ਨਾਂ ਕਰਦੇ ਨੇ, ਫਿਜ਼ਿਕਸ ਵਾਲੇ ਕਰਦੇ ਨੇ। ਪਰ ਈਵੋਲੂਸ਼ਨ ਡਿਜ਼ਾਈਨ 'ਚ ਨਹੀਂ ਹੈ। ਈਵੋਲੂਸ਼ਨ ਇੱਕ ਪ੍ਰੋਸੈਸ ਹੈ ਜਿਹੜਾ ਟਰਾਇਲ ਐਂਡ ਐਰਰ ਨਾਲ ਕਦੇ ਕੁਝ ਬਣ ਜਾਂਦਾ, ਕਦੇ ਕੁਝ ਬਣਿਆ, ਕਦੇ ਕੁਝ ਬਣਿਆ। ਕਈ ਕਰੋੜਾਂ ਸਪੀਸੀਜ਼ ਬਣੀਆਂ, ਕਰੋੜਾਂ ਨਿਕਲ ਵੀ ਗਈਆਂ। ਹਾਲੀ ਤੱਕ ਸਾਨੂੰ ਖੁਦ ਨੂੰ ਵੀ ਸਿਰਫ ਕੁਝ ਸਪੀਸੀਜ਼ ਦਾ ਹੀ ਪਤਾ। ਕਈ ਵਾਰ ਦੇਖਿਆ ਜਾਂਦਾ ਹੈ ਕਿ ਵਿਗਿਆਨ ਦੀ ਨੌਲੇਜ ਦੇ ਹਿਸਾਬ ਹਾਲੀ ਤੱਕ ਸਾਨੂੰ ਪਤਾ ਨਹੀਂ ਕਿ 20-25% ਹੀ ਦੁਨੀਆ ਵਿੱਚ ਇਸ ਸਮੇਂ ਦੀਆਂ ਜਿਉਂਦੀਆਂ ਸਪੀਸੀਜ਼ ਦਾ ਪਤਾ ਹੈ। ਸੋ ਉਹ ਜਿਹੜਾ ਰਿੜਨ ਦਾ ਕੰਮ ਹੈ ਨਾ, ਕਿ ਜੇ ਉਹਨੂੰ ਉਹ ਰੋਕਦੀ ਨਹੀਂ, ਕਿਉਂਕਿ ਉਹਦੇ ਸਿਸਟਮ ਪਰਫੈਕਟ ਨਹੀਂ ਹੈ। ਉਹਨਾਂ ਸਿਸਟਮ ਜਿਹੜੇ ਸਾਨੂੰ ਬਚਾਉਂਦੇ ਨੇ, ਉਹਨਾਂ 'ਚ ਆਪ ਵੀ ਖਰਾਬੀਆਂ ਆਉਂਦੀਆਂ ਨੇ। ਸੋ ਉਹਨਾਂ ਦੇ ਕਰਕੇ ਸੂਨਰ ਔਰ ਲੇਟਰ ਪ੍ਰੋਸੈਸ ਸਾਡਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਉਹ ਖਰਾਬ ਜਿਹੜਾ ਉਹਨੂੰ ਫਿਰ ਅਸੀਂ ਕਿਵੇਂ ਮਿਣਦੇ ਹਾਂ? ਉਹਨੂੰ ਅਸੀਂ ਬਿਮਾਰੀ ਨਾਲ ਮਿਣਦੇ ਹਾਂ ਕਿ ਲਾਸ ਆਫ ਹੈਲਥ ਮਿਣਦੇ ਹਾਂ? ਤੇ ਉਹ ਕੀ ਹੁੰਦਾ? ਤੇ ਏਜ ਤੇ ਏਜਿੰਗ ਦੀ ਗੱਲ ਕਰਦੇ ਹਾਂ, ਫਿਰ ਬੁਢੇਪੇ ਦੀ ਜਦੋਂ ਗੱਲ ਕਰਦੇ ਹਾਂ ਕਿ ਜਿਉਂ ਹੀ ਅਸੀਂ ਫਿਰ ਬੁਢੇਪੇ ਦੇ ਵਿੱਚ ਜਾਂਦੇ ਹਾਂ ਤੇ ਫਿਰ ਸਰੀਰਕ ਪੱਧਰ ਤੇ ਪਹਿਲੇ ਤੇ ਕੀ ਹੋਣਾ ਸ਼ੁਰੂ ਹੋ ਜਾਂਦਾ ਹੈ, ਤੇ ਉਹਦੀ ਕੀ ਨਿਸ਼ਾਨੀਆਂ ਨੇ ਤੇ ਉਹ ਕੀ ਹੈ, ਜਿਹਦੇ ਬਾਰੇ ਸਾਨੂੰ ਜਾਣਕਾਰੀ ਤੇ ਸਾਰਿਆਂ ਨੂੰ ਹੈ। ਸੋ ਇਸ ਇੰਪਰਫੈਕਸ਼ਨਸ ਨੂੰ ਸਮਝਣਾ, ਨੇਚਰ ਪਰਫੈਕਟ ਨਹੀਂ ਹੈ, ਉਹਦੀ ਇਹ ਲੋੜ ਵੀ ਨਹੀਂ ਹੈ। ਇਵੋਲੂਸ਼ਨ ਦੀ ਲੋੜ ਉਹੀ ਹੈ, ਵਾਟ ਵਰਕਸ ਇਜ਼ ਫਾਈਨ, ਹਾਂਜੀ। ਤੇ ਉਹਦੇ ਵਿੱਚ ਅਸੀਂ ਵੀ ਉਪਜੇ ਹੋਏ ਹਾਂ, ਜਿਹਦੇ ਕਰਕੇ 40-45 ਸਾਲ ਤੱਕ ਸਾਡੇ ਕੋਲ ਜਿਉਣ ਦੀ ਐਬਿਲਿਟੀ ਆਪੇ ਹੀ ਹੈਗੀ ਹੈ। ਉਸ ਤੋਂ ਬਾਅਦ ਫਿਰ ਸਾਨੂੰ ਕੁਝ ਆਪ ਹੀ ਕਰਨਾ ਪੈਣਾ ਜੇ ਅਸੀਂ ਇਸ ਤੋਂ ਅੱਗੇ ਜਾਣਾ ਹੈ। ਪਰ ਪਹਿਲੇ ਉਹਦੇ ਵਿੱਚ ਕੀ ਹੁੰਦਾ, ਜੇ ਅਸੀਂ ਕੁਝ ਨਾ ਕਰੀਏ ਤੇ ਫਿਰ ਸਾਡੇ ਸਰੀਰ ਦੇ ਵਿੱਚ ਕੀ ਤਬਦੀਲੀਆਂ ਆਉਂਦੀਆਂ ਨੇ ਤੇ ਕਿਉਂ ਆਉਂਦੀਆਂ। ਜੇ ਇਹਨੂੰ ਅਸੀਂ ਕੱਲ੍ਹ ਲਈਏ ਤੇ ਚੰਗਾ ਨਹੀਂ ਰਹੇਗਾ। ਹੁਣ 15-16 ਮਿੰਟ ਹੋ ਗਏ ਨੇ। ਮੈਨੂੰ ਪਤਾ ਹੈ ਕਿ ਕਈ ਤੁਸੀਂ ਮੈਨੂੰ ਚਾਹੁੰਦੇ ਹੋ ਕਿ ਲੰਬੀ ਗੱਲ ਕਰਾਂ, ਪਰ ਦੂਜੇ ਪਾਸੇ ਮੈਂ ਇਹਨਾਂ ਨੂੰ ਇੰਜ ਵੀ ਛੋਟਾ ਇੰਜੋਏ ਕਰਨਾ ਚਾਹੁੰਦਾ ਕਿ ਅਸੀਂ ਵੀ ਕੀ ਹੈ, ਅਸੀਂ ਬੁਢੇਪਾ ਕਿਵੇਂ ਹੁੰਦਾ, ਬੁਢੇਪੇ ਦਾ ਫਿਰ ਕੀ ਕਰਨਾ ਕੀ ਚਾਹੁੰਦੇ ਹਾਂ, ਤੇ ਬੁਢੇਪੇ ਤੋਂ ਅਸੀਂ ਇੰਨਾ ਡਰਦੇ ਕਿਉਂ ਹਾਂ, ਹਾਂਜੀ। ਕਿ ਬੁਢੇਪੇ ਦੀਆਂ ਸਾਰੀਆਂ ਮਾੜੀਆਂ ਗੱਲਾਂ ਹੀ ਹੁੰਦੀਆਂ ਨਾ, ਤਾਂ ਹੀ ਡਰਦੇ ਆ ਨਾ। ਉਹ ਮੈਂ ਕੱਲ੍ਹ ਆਪਣੇ ਭਾਈ ਸਾਹਿਬ ਨੂੰ ਸਵਾਲ ਪੁੱਛਿਆ ਕਿ ਮੈਨੂੰ ਕੁਝ ਐਗਜ਼ਾਮਪਲਾਂ ਲੱਭ ਕੇ ਦਿਓ ਜਿੱਥੇ ਬੁਢੇਪੇ ਦੇ ਗੁਣ ਗਾਏ ਨੇ ਕਲਚਰ ਦੇ ਵਿੱਚ, ਸੱਭਿਆਚਾਰ 'ਚ। ਦੇਖਦੇ ਹਾਂ ਕਿ ਬੁਢੇਪੇ ਦੇ ਵੀ ਗੁਣ ਗਾਏ ਜਾ ਸਕਦੇ ਨੇ ਕਿ ਉਹ ਸਿਰਫ ਸਾਡੀ ਵਿਸ਼ਫੁਲ ਥਿੰਕਿੰਗ ਹੈ। मिलिए फिर कल फिर मिलिए। ओके जी, आज की मुलाकात बस इतनी।